कोरोना काल के दौरान चंडीगढ़ तो एक रेस्टोरेंट मालक ने किया वड्डा उपराला। कोरोना पीड़ितों लिए मुफ्त खाने की दे रहा है सहायता। कुमार अमित ने रजिंद्रा हस्पताल के कोविड वार्ड का लिया जायजा तो लोगों को की अपील कि सोशल मीडिया के गलत अफवाहों तो बचो। खेती कानूनों के विरोध च किसानों का अंदोलन जारी। गर्मी के मौसम दौरान भी किसानों ने किए पक्के प्रबंध ते केंद्र सरकार को किसानों के वल ध्यान देने की है जरूरत। सत श्री अकाल जी। एनबी न्यूज़ देख रहे सारे दर्शकों का मैं मनप्रीत सिंह गिल स्वागत करता हाँ। तो शुरुआत करते हैं इस वेले के बुलेटिन की। कांग्रेस सरकार ने सत्ता च आउण तो पहला कुछ वादे किए सी ते कांग्रेस सरकार का कहना है कि 5 साल च वो सारे वादे पूरे कर देंगे। तो इस मुद्दे बारे कांग्रेस पार्टी के विधायकों ने एक मीटिंग भी की है। तो इस बाबत एनबी न्यूज़ के संपादक जगतार सिंह भुल्लर ने राजकुमार वेरका के नाल खास गलबात की है। तो राजकुमार वेरका का कहना है कि पंजाब सरकार ने 80% वादे तो पूरे कर दिते हैं तो बाकी जो वादे हैं वह भी पूरे कर ले जाएंगे। तो उन्होंने वादियां पूरा करने के लिए मुख्यमंत्री कैप्टन अमरिंदर सिंह के नाल मीटिंग करनगे। तो उम्मीद है कि वो सारे वादे जो हैं 5 साल के रहिंदे रहिंदे पूरे किए जाएंगे। तो होर उन्होंने गलबात के दौरान की बयान दिते तुहानूं सुणाउने आ। पंजाब कांग्रेस ਦੇ ਵਿੱਚ ਐਸਸੀ ਅਤੇ ਬੀਸੀ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ ਵਿਧਾਇਕਾਂ ਨੇ ਅੱਜ ਮੀਟਿੰਗ ਕੀਤੀ। ਇਹ ਮੀਟਿੰਗ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਆ। ਕਾਂਗਰਸੀ ਵਿਧਾਇਕਾਂ ਮੁਤਾਬਕ ਬਹੁਤ ਸਾਰੇ ਸਰਕਾਰ ਨੇ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਨਹੀਂ ਹੋਏ। ਉਹ ਕੀ ਵਾਅਦੇ ਨੇ ਤੇ ਕਿੰਨੇ ਪੂਰੇ ਹੋਏ ਤੇ ਕਿੰਨੇ ਨਹੀਂ ਪੂਰੇ, ਜੇ ਨਹੀਂ ਪੂਰੇ ਹੋਏ ਤੇ ਕਿਉਂ ਨਹੀਂ ਪੂਰੇ ਹੋਏ। ਤੇ ਇਸ ਸਮੇਂ ਸਾਡੇ ਨਾਲ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ। ਵੇਰਕਾ ਸਾਹਿਬ, दलित वर्ग के नाल संबंध रखने वाले, बीसी वर्ग नाल संबंध रखने वाले अज कांग्रेस पार्टी के विधायक इकट्ठे हुए ने। ये 4.5 साल बाद ये सिर जोड़े गए ने, की चक्कर? नहीं ਉਹਦੇ ਚ ਸਿਰਫ ਦੋ ਹੀ ਲੈਣਾ ਹੈਗੀ ਆ ਕਿ 80% ਦੇ ਕਰੀਬ ਜਿਹੜੇ ਦਲਿਤ ਨਾਲ ਸੰਬੰਧਿਤ ਵਾਅਦੇ ਆ ਉਹ ਪੂਰੇ ਹੋ ਕੇ 20% ਕੁਝ ਜਿਹੜੇ ਵਾਅਦੇ ਰਹਿ ਗਏ ਉਹਨਾਂ ਨੂੰ ਅਸੀਂ ਰਿਵਿਊ ਵਾਸਤੇ ਕਿ ਅਸੀਂ ਆਪਣੇ ਮੁੱਖ ਮੰਤਰੀ ਜੀ ਨਾਲ ਗੱਲ ਕਰਕੇ ਜਿਹੜੀ ਬਾਕੀ ਕੋਈ ਰਹਿ ਗਈ ਹੈ ਇਸ਼ੂ ਨੂੰ ਸੈਟਲ ਕਰੀਏ। 20% ਕਿਹੜੇ ਰਹਿ ਗਏ ਮੋٹے ਤੌਰ? ਉਹਨਾਂ ਦੇ ਮੋٹے ਤੌਰ ਦੇ ਉੱਪਰ ਹੈ ਕਿ ਜਿਹੜਾ ਇਸ਼ੂ ਹੈ ਸਾਡਾ ਮੇਨ ਉਹ 85th ਅਮੈਂਡਮੈਂਟ ਦਾ ਮੈਟਰ ਹੈਗਾ। ਉਹ ਇੱਕ ਮਸਲਾ ਹੈ ਜਿਹੜਾ ਬਹੁਤ ਜ਼ਰੂਰੀ ਪੈਂਡਿੰਗ ਹੈਗਾ। ਦੂਸਰਾ ਹੈ ਕਿ ਖੇਤੀ ਮਜ਼ਦੂਰਾਂ ਦੇ ਕਰਜ਼ੇ ਔਰ ਦਲਿਤਾਂ ਨਾਲ ਸੰਬੰਧਿਤ ਜਿਹੜੇ ਹੈਗੇ ਆ ਮਜ਼ਦੂਰ ਜਾਂ ਦਲਿਤ ਵਰਗ ਦੇ ਕਰਜ਼ੇ ਹੈ ਉਹ ਮਾਫ ਕਰਨ ਦੀ ਗੱਲ ਹੈ। ਦਲਿਤ ਸਕੋਲਰਸ਼ਿਪ ਦੇ ਵਿੱਚ ਜਿਹੜਾ ਹੈਗਾ ਹੋਰ ਪਾਰਦਰਸ਼ਤਾ ਲਿਆਈ ਜਾਵੇ, ਜਿਸ ਤਰ੍ਹਾਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਦੇ ਉੱਪਰ ਸਕੋਲਰਸ਼ਿਪ ਜਾਰੀ ਕੀਤੀ ਹੈ ਔਰ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਪੂਰੀ ਤਰ੍ਹਾਂ ਗਰਾਊਂਡ ਤੇ ਨਹੀਂ ਉਤਰ ਪਏ। ਉਹਦੇ ਅੰਦਰ ਵੀ ਕੋਈ ਚੀਜ਼ਾਂ ਦੀਆਂ ਖਾਮੀਆਂ ਉਹ ਕਿੱਥੇ ਹੈਗੀਆਂ ਉਹਨੂੰ ਰਿਵਿਊ ਕੀਤਾ ਜਾਏ। ਇਸ ਤਰ੍ਹਾਂ ਕਰਕੇ 2-4-5 ਮਾਮਲੇ ਹੈਗੇ ਆ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਹੈ। ਔਰ ਦੂਸਰਾ ਇਹ ਹੈਗਾ ਕਿ ਵਿਧਾਨ ਸਭਾ ਦੇ ਅੰਦਰ ਮੁੱਖ ਮੰਤਰੀ ਜੀ ਨੇ ਇਹ ਵਾਅਦਾ ਕੀਤਾ ਕਿ ਜਿਹੜੀ ਬੈਕਲੌਗ ਹੈ ਉਹਨੂੰ ਫੌਰੀ ਤੌਰ ਤੇ ਸਪੈਸ਼ਲ ਡਰਾਈਵ ਦੇ ਨਾਲ ਭਰਿਆ ਜਾਏ ਔਰ ਉਹਦੇ 'ਚ ਫਾਸਟ ਟਰੈਕ ਲਿਆਉਣਾ। ਇਹ ਸਭ ਚੀਜ਼ਾਂ ਹੈਗੀਆਂ। ਉਹਦੇ ਵਾਸਤੇ ਮੁੱਖ ਮੰਤਰੀ ਜੀ ਦੇ ਨਾਲ ਅਸੀਂ ਜਲਦੀ ਮੀਟਿੰਗ ਕਰਾਂਗੇ। टाइम मंग लिया, चिट्ठी लिख ली कैप्टन अमरिंदर सिंह होना ने? बिल्कुल चिट्ठी लिखी है, सारे ने चिट्ठी लिखी है और सारे लोग मुख्यमंत्री जी दे नाल बैठणगे और सानू मुख्यमंत्री जी ते भरोसा है कि वो बड़ी जल्दी इस मसले नूं हल करनगे। मुलाकात का समय मिल जाए? बिल्कुल मिलेगा और जल्दी मिलेगा और असी मुख्यमंत्री जी नाल बैठ के ही गल करांगे। तो लगदा कि टाइम जिहड़ा वो अनुकूल है, जिस तरह ਸਰਕਾਰ ਨੂੰ ਘੇਰਨ ਦੇ ਯਤਨ ਹੋ ਰਹੇ ਨੇ। 3-4 ਮੀਟਿੰਗਾਂ ਹੋ ਗਈਆਂ ਨੇ ਕਿ ਨਸ਼ਿਆਂ ਦਾ ਮੁੱਦਾ ਹੋ ਗਿਆ ਜਾਂ ਬਰਗਾੜੀ ਦਾ ਮੁੱਦਾ ਹੋ ਗਿਆ, ਨਾਲ ਦੀ ਨਾਲ ਦਲਿਤ ਦਾ ਜਿਹੜਾ ਵੀ ਦਲਿਤ ਭਾਈਚਾਰੇ ਦੇ ਜਿਹੜੀਆਂ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਹੋ ਰਹੇ, 20% ਰਹਿ ਗਏ ਨੇ। ਇਹ ਤਾਂ ਲੱਗਦਾ ਕਿ ਤੁਹਾਡੇ ਜਿਹੜੀ ਮੀਟਿੰਗ ਕੀਤੀ ਦਲਿਤ ਵਰਗ ਨਾਲ ਸੰਬੰਧ ਰੱਖਣ ਵਿਧਾਇਕ, ਉਹ ਟਾਈਮਿੰਗ ਸਹੀ ਹੈ ਤੁਹਾਡੇ ਹਿਸਾਬ ਦੇ ਨਾਲ ਕਿ ਇਹਨੂੰ ਵੀ ਲੋਕੇ ਜੋੜ ਕੇ ਦੇ ਰਹੇ ਕਿ ਸਰਕਾਰ ਨੂੰ ਘੇਰਿਆ ਜਾ ਰਿਹਾ? ਨਹੀਂ ਇਹਨੂੰ ਜੋੜ ਕੇ ਦੇਖਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਹ ਤਾਂ ਕਾਂਗਰਸ ਦੇ ਪਰਿਵਾਰ ਦੀ ਇੱਕ ਮੀਟਿੰਗ ਹੈ, ਨਾ ਕਿ ਇਹ ਵਿਰੋਧ 'ਚ ਮੀਟਿੰਗ ਹੈ,
ਨਾ ਅਸੀਂ ਕਿਸੇ ਦੇ ਖਿਲਾਫ ਕੋਈ ਗੱਲ ਕੀਤੀ ਹੈ, ਨਾ ਅਸੀਂ ਕੋਈ ਵਿਰੋਧੀ ਹੈ। ਅਸੀਂ ਤੇ ਆਪਣੇ ਪਰਿਵਾਰਿਕ ਚਰਚਾ ਕੀਤੀ ਹੈ ਕਿ ਭਾਈ ਇਹ ਸਮਾਜ ਦੀਆਂ ਕਿਹੜੀਆਂ ਮੁਸ਼ਕਲਾਂ ਬਾਕੀ ਹੈ, ਤਾਂ ਕਿ ਅਸੀਂ ਆਪਣੇ ਮੁੱਖ ਮੰਤਰੀ ਜੀ ਨਾਲ ਬਹਿ ਕੇ ਗੱਲ ਕਰ ਸਕੀਏ। ਇਸ ਤੋਂ ਇਲਾਵਾ ਹੋਰ ਕੋਈ ਮਾਮਲਾ ਨਹੀਂ, ਕੋਈ ਮੁੱਦਾ ਨਹੀਂ ਹੈ। ਬਹੁਤ ਮਿਹਰਬਾਨੀ ਸਿੰਘ ਡਾਕਟਰ ਰਾਜਕੁਮਾਰ ਵੇਰਕਾ। ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਮਸਲਾ ਹੈਗਾ, ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤੇ ਵਰਕਰਾਂ ਨੂੰ ਵੀ ਚਿੰਤਾ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਹੋਣੇ ਚਾਹੀਦੇ ਨੇ। ਚਾਹੇ ਬਰਗਾੜੀ ਦਾ ਮਸਲਾ ਵੇ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਬਾਈਬਲ ਕਲਾ ਜਾਂ ਕੋਟਕਪੂਰਾ, ਪਰ ਨਾਲ ਦੀ ਨਾਲ ਇਹ ਵੀ ਕਿ ਜਿਹੜੇ ਅੱਜ ਦਲਿਤ ਵਰਗ ਨਾਲ ਸੰਬੰਧਿਤ ਰੱਖਣ ਵਾਲੇ, BC ਵਰਗ ਨਾਲ ਸੰਬੰਧਿਤ ਰੱਖਣ ਵਾਲੇ ਜਿਹੜੇ ਵਿਧਾਇਕ ਨੇ ਉਹ ਵੀ ਇਕੱਠੇ ਹੋਏ ਨੇ ਕਿ ਜਿਹੜੀਆਂ ਦਲਿਤਾਂ ਜਾਂ BC ਵਰਗ ਦੇ ਲੋਕਾਂ ਦੀਆਂ ਜਿਹੜੀਆਂ ਵਾਅਦੇ ਨੇ ਜਿਹੜੇ ਨਹੀਂ ਪੂਰੇ, ਉਹ ਵੀ ਜਲਦ ਪੂਰੇ ਹੋਣੇ ਚਾਹੀਦੇ। ਇਸੇ ਕਰਕੇ ਅੱਜ ਇਹਨਾਂ ਮੀਟਿੰਗ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਮਾਂ ਵੀ ਮੰਗਿਆ, ਪਰ ਸਮਾਂ ਦੱਸੇਗਾ ਕਿ ਕਿੰਨੀਆਂ ਮੰਗਾਂ ਪ੍ਰਵਾਨ ਹੁੰਦੀਆਂ ਔਰ ਕਿੰਨੇ ਲੋਕਾਂ ਨੂੰ ਜਿਹੜੇ ਕਸੂਰਵਾਰ ਨੇ ਬਰਗਾੜੀ ਦੇ ਜਾਂ ਕੋਟਕਪੁਰ ਜਾਂ ਬਾਈਬਲ, ਉਹਨਾਂ ਨੂੰ ਸਜ਼ਾ ਮਿਲਦੀ ਜਾਂ ਨਹੀਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਵੀ ਨਿਊਜ਼, ਚੰਡੀਗੜ੍ਹ। ਤੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਪੰਜਾਬ ਵਿੱਚ ਹਰ ਦਿਨ ਟੀਕੇ ਲਗਵਾਉਣ ਦੀ ਸਮਰੱਥਾ ਵਾਲੇ ਸਰਕਾਰੀ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ। ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਹਫ਼ਤੇ ਦੇ 7 ਦਿਨ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਟੀਕਾ। ਟੀਕਾ ਲਗਾਓ, ਪਰਿਵਾਰ ਬਚਾਓ। ਪੰਜਾਬ ਸਰਕਾਰ ਵੱਲੋਂ ਜਨਹਿਤ ਵਿੱਚ ਜਾਰੀ। ਤੇ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਵਧਦੇ ਹਾਂ ਕੁਝ ਅਗਲੀਆਂ ਖਬਰਾਂ ਦੇ ਵੱਲ। ਰਜਿੰਦਰਾ ਹਸਪਤਾਲ ਪਟਿਆਲਾ ਦੇ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਹੋ ਰਹੇ ਭਿਆਨਕ ਪ੍ਰਚਾਰ ਨੂੰ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਹਸਪਤਾਲ ਦੇ ਕੋਵਿਡ ਵਾਰਡ 'ਚ PPE ਕਿੱਟ ਪੈ ਕੇ ਅਚਾਨਕ ਦੌਰਾ ਕੀਤਾ ਤੇ ਨਾਲ ਹੀ ਕੋਵਿਡ ਵਾਰਡ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਤੇ ਇਸ ਦੇ ਚੱਲਦੇ ਹੀ ਉਹਨਾਂ ਕਿਹਾ ਕਿ ਬੜੇ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਰੇ ਡਾਕਟਰ, ਪੈਰਾ ਮੈਡੀਕਲ ਸਟਾਫ ਤੇ ਸਾਰੇ ਕਰਮਚਾਰੀਆਂ ਦੀ ਟੀਮ ਪੂਰੀ ਜੋਸ਼ ਦੇ ਨਾਲ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਇਸ ਦੇ ਚੱਲਦੇ ਹੀ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਰਜਿੰਦਰਾ ਹਸਪਤਾਲ ਦੀ ਸਮਰਪਿਤ ਟੀਮ ਦੁਆਰਾ ਨਿਭਾਈ ਸ਼ਾਨਦਾਰ ਸੇਵਾ ਨੂੰ ਇਤਿਹਾਸ 'ਚ ਸੁਨਹਿਰੀ ਸ਼ਬਦਾਂ 'ਚ ਲਿਖਿਆ ਜਾਵੇਗਾ। ਤੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਮੀਡੀਆ ਦੇ ਜ਼ਰੀਏ ਜਿਹੜੀਆਂ ਗਲਤ ਅਫਵਾਹਾਂ ਫੈਲ ਰਹੀਆਂ ਨੇ ਉਹਨਾਂ ਤੋਂ ਬਚੋ ਤੇ ਗਲਤ ਅਫਵਾਹਾਂ ਫੈਲਾਉਣ ਬਾਰੇ ਅਨਸਰਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਕੋਰੋਨਾ ਮਹਾਮਾਰੀ ਦੇ ਦੌਰਾਨ ਦਿੱਲੀ ਸ਼ਹਿਰ ਦੀ ਸਥਿਤੀ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹਾਲਾਤ ਦੱਸੇ ਕਿ ਦਿੱਲੀ ਦੇ ਕੀ ਨੇ। ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਟੋਟਲ ਜੋ ਕੇਸ ਹਨ ਦਿੱਲੀ ਦੇ ਵਿੱਚ 28,000 ਰੋਜ਼ਾਨਾ ਆਉਂਦੇ ਸੀ ਤੇ ਹੁਣ ਉਹ ਘਟ ਕੇ 12,000 ਦੇ ਕਰੀਬ ਹੋ ਚੁੱਕੇ ਨੇ। ਤੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਦਿੱਲੀ 'ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਸਨ ਤੇ ਉਹ ਪਹਿਲਾਂ ਦੇ ਨਾਲੋਂ ਹੁਣ ਸੁਧਾਰ ਦੇਖਣ ਨੂੰ ਮਿਲ ਰਿਹਾ। ਤੇ ਉਹਨਾਂ ਦੱਸਿਆ ਕਿ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਤੇ ਹੋਰ ਉਹਨਾਂ ਕੀ ਬਿਆਨ ਦਿੱਤੇ ਤੁਹਾਨੂੰ ਸੁਣਾਉਂਦੇ ਹਾਂ। 12,651 केसेस थे और पॉजिटिविटी थी 19.1%। पिछले कुछ दिनों में दिल्ली के अंदर जो 19% के करीब आ गई है और जो टोटल केसेस थे 28,000 पर डे तक मैक्सिमम गए थे, अब ये कम होते हुए 12,500 के आसपास आ गए हैं। तो थोड़ी सी लगता है आशा की किरण नजर आ रही है कि जो बहुत तेजी से केसेस बढ़ रहे थे अब वो कम होने स्टार्ट हुए हैं, परंतु अभी भी हम कंफर्ट नहीं ले सकते हैं। इसके अंदर 2 क्राइटेरिया है, जब तक पॉजिटिविटी 5% से नीचे ना आ जाए और केसेस भी मतलब 3-4 हज़ार से नीचे ना आ जाए, तब तक मुझे लगता है हमें पूरी तरह से मान के चलना चाहिए कि अभी केसेस काफी मान गए। तो क्या इतना कह सकते हैं कि अब पीक हो गया है 28,000 केस? ये तो मैंने आपको काफी दिन पहले बताया था कि दिल्ली के अंदर ट्रेंड रिवर्सल जो था वो लगभग अप्रैल के आखिरी सप्ताह में स्टार्ट हो गया था। लग रहा था कि कम होना स्टार्ट हो गया। तब भी मैंने कहा था कि कंफर्म करने के लिए थोड़ा सा समय चाहिए होता है। संडे के दिन भी 66,000 टेस्ट हुए थे दिल्ली में। डेली 80,000 के करीब टेस्ट हो रहे हैं। एक संडे को 1 लाख से ज्यादा टेस्ट होते थे। देखिए लॉकडाउन का फर्क है थोड़ा सा। लॉकडाउन होने की वजह से लोग घरों से कम निकल रहे हैं। पहले जो भी मार्केटों में जाते थे, पब्लिक स्पेस में जाते थे, उनके सबके किए जा रहे थे। कई अस्पताल से शिकायतें वहाँ पे लोग जा रहे हैं, टेस्ट नहीं हो रहे हैं। दिल्ली में सरकारी अस्पतालों में सब जगह हो रहा है। देखिए लहर बिल्कुल चल रही है, परंतु ऐसा लगता है कि उसकी पीक
जो अप्रैल के आखिरी सप्ताह के बाद से धीरे धीरे डाउन आता जा रहा है। वैक्सीन ही नहीं मिल रही ना, अभी वैक्सीन मिल जाएगी तो सबको लगा देंगे। हमने तो इंतजाम कर ली है, थोड़ा स्टेटस बताइए। दिल्ली सरकार ने वैक्सीन के पूरे इंतजाम कर लिए लगाने के, परंतु वैक्सीन जो मिलती है कंपनीज को वो केंद्र सरकार पूरा उसके ऊपर कंट्रोल है उनका, जिसको देना चाहते हैं उनकी ऑर्डर से ही मिलते हैं। तो अभी वैक्सीन मिलने में दिक्कत आ रही है। स्टॉक का स्टेटस बता दीजिए जिससे हमें पता लगे कि अभी दिल्ली में मतलब 3-4 दिन की वैक्सीन है। सर कोवैक्सीन आपने कहा था कि कल एक दिन की वजह, तो आज शाम के बाद कोवैक्सीन यानी कल का स्लॉट नहीं मिल पाएगा लोगों को? अभी कल का स्टॉक चेक करके बताते हैं, हमेशा रात को देर रात को ही आती है, चेक करके। क्योंकि 47,000 कुछ ही वैक्सीन की ये दिन कोवैक्सीन लग गया था कोवैक्सीन। हाँ, मैंने बताया ना, हमने बहुत बड़े स्केल पे इंतजाम किए हैं। दिल्ली में 100 स्कूल हमारे चल रहे हैं, एक स्कूल के अंदर एक दिन में 1,500 तक वैक्सीन हम लगा सकते हैं और उसको 300 नंबर पे हम ले जा सकते हैं। देखिएगा, अभी नहीं मैं कह सकता कि, क्योंकि एक समय ऐसा आया था ऑक्सीजन की कमी थी बहुत ज्यादा, तो दिल्ली के अंदर बेड्स में दिक्कत आ रही थी। अब वो दिक्कत तो कम हुई है, खत्म हो गई है, बट अभी भी डिमांड है। दिल्ली के अंदर हॉस्पिटल्स की बेड की अभी भी डिमांड है। अभी भी देखिएगा 23,000 के करीब बेड हैं दिल्ली में जो कोरोना के हैं, जिसमें से 20,000 के करीब ऑक्यूपाइड है। 20,000 एडमिशन बहुत बड़ी बात होती है। खाली बेड तो है 3,500 के करीब खाली बेड है, बट उससे भी इंपॉर्टेंट है कि 20,000 लोग अस्पतालों के अंदर एडमिट है। पिछली जब लहर आई थी तब मैक्सिमम 9,500 पेशेंट एडमिट हुए थे किसी एक दिन में। मैंने मैक्सिमम जो ऑक्यूपेंसी थी 9,500 बेड की। ऑक्सीजन में पहले से थोड़ी डिमांड कम हुई है, क्योंकि अभी जैसे बताया। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ। ਜਿਸ ਜਗ੍ਹਾ ਤੇ ਇਹ ਅਸਥਾਨ ਸੁਸ਼ੋਭਿਤ ਹੈ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ, ਇੱਥੇ ਬੜਾ ਛੋਟਾ ਜਿਹਾ ਪਿੰਡ ਸੀ, ਲਹਿਲ ਪਿੰਡ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਆਪਣਾ ਆਸਣ ਇੱਥੇ ਆ ਕੇ ਲਾਇਆ ਤਾਂ ਇਸ ਨਗਰ ਦੇ ਰਹਿਣ ਵਾਲੇ ਭਾਗ ਰਾਮ ਜਦੋਂ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਕਿਰਪਾ ਕਰੋ, ਇਸ ਨਗਰ ਦੀ ਆਬਾਦੀ ਬਹੁਤ ਥੋੜੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇੱਥੋਂ ਦੀ ਆਬਾਦੀ ਬਹੁਤ ਹੋਵੇਗੀ, ਉੱਘਾ ਸ਼ਹਿਰ ਹੋਵੇਗਾ ਔਰ ਇੱਥੇ ਜਿਹੜਾ ਹੈ ਬਹੁਤ ਸੋਹਣਾ ਸੁੰਦਰ ਅਸਥਾਨ ਹੋਵੇਗਾ। ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਸ ਸਰੋਵਰ ਦੇ ਵਿੱਚ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ, ਮਨ ਇੱਛਤ ਫਲ ਦੀ ਪ੍ਰਾਪਤੀ ਹੋਵੇਗੀ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਤੇ ਰੁਖ ਕਰਦੇ ਹਾਂ ਅਗਲੀ ਖਬਰ ਦੇ ਵੱਲ। ਸ਼ਹਿਰੀ ਗਰੀਬਾਂ ਨੂੰ ਘਰ ਮੁਹੱਈਆ ਕਰਵਾਉਣ ਦੇ ਵਚਨਬੰਧ ਨੂੰ ਦਰਸਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਸਤੰਬਰ 2021 ਤੱਕ 10,000 ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਮਾਲਕੀ ਅਧਿਕਾਰ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਉਸ ਦੇ ਪ੍ਰੋਜੈਕਟਾਂ ਦੇ ਕੰਮ 'ਚ ਤੇਜ਼ੀ ਲਿਆਉਣ ਤੇ ਇੱਕ ਵਰਚੁਅਲ ਮੀਟਿੰਗ ਦੇ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਰਾਜ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਅਧੀਨ ਆਉਂਦੇ ਸਾਰੇ ਵੱਡੇ ਪ੍ਰੋਜੈਕਟਾਂ ਨੂੰ ਇਸ ਸਾਲ ਦਸੰਬਰ ਤੱਕ ਮੁਕੰਮਲ ਕਰ ਲੈਣ ਅਤੇ ਚਾਲੂ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਤੇਜ਼ੀ ਲਿਆਉਣ। ਤੇ ਉਹਨਾਂ ਦੱਸਿਆ ਕਿ ਅਗਲੇ 4 ਮਹੀਨਿਆਂ ਦੇ ਵਿੱਚ 10,000 ਘਰਾਂ ਨੂੰ ਮਾਲਕੀ ਅਧਿਕਾਰ ਦੇ ਤਬਾਦਲੇ ਦੇ ਕੰਮ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ ਤੇ ਉਹਨਾਂ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮਨਜ਼ੂਰ 97,000 ਤੋਂ ਵੱਧ ਘਰਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਇੱਕ ਪਾਸੇ ਤਾਂ ਕਰੋਨਾ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਤੇ ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਕਿਸਾਨ ਲਗਾਤਾਰ ਹੀ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦਾ ਭਾਰੀ ਇਕੱਠ ਜੋ ਹੁੰਦਾ ਸੀ ਤੇ ਹੁਣ ਵੀ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਜੋ ਪਾਈ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਫਿਰ ਵੀ ਗਿਣਤੀ 'ਚ ਕੁਝ ਕਮੀ ਆ ਰਹੀ ਹੈ ਤੇ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਕਰਕੇ ਕਿਸਾਨਾਂ ਦੁਆਰਾ ਦਿੱਲੀ ਵੱਲ ਨੂੰ ਦੁਬਾਰਾ ਕੂਚ ਕੀਤਾ ਜਾ ਰਿਹਾ ਹੈ ਤਾਂ ਜੋ ਅੰਦੋਲਨ ਨੂੰ ਦੁਬਾਰਾ ਤੇਜ਼ ਕੀਤਾ ਜਾਵੇ। ਦੇਖਣਾ ਹੈ ਕਿ ਕੇਂਦਰ ਸਰਕਾਰ ਜੋ ਹੈ ਖੇਤੀ ਕਾਨੂੰਨਾਂ ਨੂੰ ਕਦ ਰੱਦ ਕਰਦੀ ਹੈ ਤੇ ਕਿਸਾਨ ਜੋ ਦਿੱਲੀ ਵੱਲ ਨੂੰ ਦੁਬਾਰਾ ਕੂਚ ਕਰ ਰਹੇ ਹਨ ਉਹ ਕਦੋਂ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਆਉਣਗੇ। ਤੇ ਹੁਣ ਕਿਸਾਨ ਦੁਬਾਰਾ ਦਿੱਲੀ ਦੇ ਬਾਰਡਰਾਂ ਤੇ ਕੂਚ ਕਰਨੇ ਤਾਂ ਜੋ ਦਿੱਲੀ ਦੇ ਬਾਰਡਰਾਂ ਤੇ ਗਿਣਤੀ ਨੂੰ ਵਧਾਇਆ ਜਾ ਸਕੇ
ਪਹਿਲਾਂ ਵੀ ਠੰਡ ਅਤੇ ਮੀਂਹ ਦੇ ਹਾਲਾਤਾਂ 'ਚ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਸੀ ਤੇ ਹੁਣ ਵੀ ਗਰਮੀ ਦੇ ਮੌਸਮ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੱਕੇ ਪ੍ਰਬੰਧ ਕੀਤੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਉਹ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਤੇ ਕਿਸਾਨਾਂ ਦਾ ਅੰਦੋਲਨ ਜੋ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਚੱਲ ਰਿਹਾ ਹੈ ਤੇ ਕਰੀਬ 6 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ। ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਡਟੇ ਹੋਏ ਨੇ। ਇੱਥੋਂ ਤੱਕ ਕਿ ਹੁਣ ਤਾਂ ਗਰਮੀ ਦੇ ਮੌਸਮ ਨੂੰ ਲੈ ਕੇ ਕਿਸਾਨਾਂ ਨੇ ਉੱਥੇ ਪੱਕੇ ਪ੍ਰਬੰਧ ਵੀ ਕਰ ਲਏ ਨੇ। ਟਰਾਲੀਆਂ ਦੇ ਵਿੱਚ ਇੱਕ ਪਾਸੇ ਆਪਣੇ ਪੱਕੇ ਘਰ ਬਣਾ ਲਏ ਨੇ। ਕੇਂਦਰ ਸਰਕਾਰ ਜੋ ਕਿਸਾਨਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਹੈ ਤੇ ਹੁਣ ਕਰੋਨਾ ਦੀ ਵੀ ਜੋ ਲਹਿਰ ਵੱਧਦੀ ਜਾ ਰਹੀ ਹੈ, ਕਿਸਾਨ ਫਿਰ ਵੀ ਆਪਣੇ ਘਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਸੜਕਾਂ ਤੇ ਬੈਠੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਘਰ ਵਾਪਸ ਨਹੀਂ ਆਉਣਗੇ ਤੇ ਹੁਣ ਤਾਂ ਪੰਜਾਬ ਤੋਂ ਵੀ ਕਿਸਾਨਾਂ ਦੇ ਵੱਡੇ ਕਾਫਲੇ ਫਿਰ ਤੋਂ ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਦੇ ਲਈ ਰਵਾਨਾ ਹੋ ਰਹੇ ਨੇ। ਰੋਜ਼ਾਨਾ ਹੀ ਵੱਡੇ ਕਾਫਲੇ ਲੈ ਕੇ, ਗੱਡੀਆਂ ਦੇ ਕਾਫਲੇ ਲੈ ਕੇ ਕਿਸਾਨ ਦੁਬਾਰਾ ਦਿੱਲੀ ਦੇ ਬਾਰਡਰਾਂ ਤੇ ਕੂਚ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਦੋਂ ਖੇਤੀ ਕਾਨੂੰਨ ਰੱਦ ਕਰਦੀ ਹੈ ਤੇ ਕਦੋਂ ਕਿਸਾਨ ਆਪਣੇ ਘਰ ਵਾਪਸ ਆਉਣਗੇ। ਦੇਸ਼ ਦੇ ਵਿੱਚ ਜਿੱਥੇ ਕਰੋਨਾ ਮਹਾਮਾਰੀ ਕਾਰਨ ਤਕਰੀਬਨ ਸਾਰੇ ਕੰਮਕਾਜ ਬੰਦ ਨੇ, ਖਾਸ ਕਰਕੇ ਹੋਟਲ ਤੇ ਰੈਸਟੋਰੈਂਟ ਵੀ ਬੰਦ ਨੇ ਤੇ ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਕਈ ਲੋਕ ਪਰੇਸ਼ਾਨੀ ਦਾ ਵੀ ਸਾਹਮਣਾ ਕਰ ਰਹੇ ਨੇ। ਵਧੇਰੇ ਲੋਕਾਂ ਦੀ ਆਮਦਨੀ ਦਾ ਜ਼ਰੀਆ ਜੋ ਵੀ ਬੰਦ ਹੋ ਚੁੱਕਿਆ ਹੈ ਤੇ ਉੱਪਰੋਂ ਕਰੋਨਾ ਤੋਂ ਪੀੜਤ ਹੋ ਰਹੇ ਨੇ ਤੇ ਇਸੇ ਮੁੱਦੇ ਨੂੰ ਮੱਦੇਨਜ਼ਰ ਚੰਡੀਗੜ੍ਹ ਤੋਂ ਇੱਕ ਰੈਸਟੋਰੈਂਟ ਮਾਲਿਕ ਨੇ ਕਰੋਨਾ ਪੀੜਤਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਰੈਸਟੋਰੈਂਟ ਦੇ ਰਾਹੀਂ ਹੀ ਲੋਕਾਂ ਦੀ ਕਰਕੇ ਹੀ ਉਹਨਾਂ ਦੀ ਰੋਜੀ ਰੋਟੀ ਚੱਲਦੀ ਸੀ ਤੇ ਹੁਣ ਉਹਨਾਂ ਦਾ ਵੀ ਫਰਜ਼ ਹੈ ਕਿ ਜੋ ਲੋਕ ਕਰੋਨਾ ਮਹਾਮਾਰੀ ਦੇ ਹੇਠ ਹਨ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਉਹਨਾਂ ਦੇ ਵੱਲੋਂ ਕਰੋਨਾ ਪੀੜਤਾਂ ਨੂੰ ਜੋ ਹੈ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਇੱਕ ਵੱਡਾ ਉਪਰਾਲਾ ਹੈ। ਪ੍ਰੇਮ ਵਿਆਹ ਦੇ ਲਈ ਅੜੀ ਲੜਕੀ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਢਿੰਗੜ ਵਿਖੇ ਬਾਪ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਨਾਬਾਲਗ ਕੁੜੀ ਦਾ ਪਿੰਡ ਦੇ ਹੀ ਰਹਿਣ ਵਾਲੇ ਇੱਕ ਲੜਕੇ ਦੇ ਨਾਲ ਪ੍ਰੇਮ ਸੰਬੰਧ ਬਣ ਗਿਆ ਸੀ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਲੜਕਾ ਤੇ ਲੜਕੀ ਦੋਵੇਂ ਘਰ ਤੋਂ ਭੱਜ ਗਏ ਸੀ ਤੇ ਉਸ ਤੋਂ ਬਾਅਦ ਲੜਕੇ ਨੂੰ ਪੁਲਿਸ ਨੇ ਫੜ ਕੇ ਮਾਮਲਾ ਦਰਜ ਕਰ ਲਿਆ ਸੀ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ ਤੇ ਉਹਨਾਂ ਕਿਹਾ ਕਿ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੜਕੀ ਫਿਰ ਵੀ ਉਸ ਮੁੰਡੇ ਦੇ ਨਾਲੇ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਇਹ ਗੱਲ ਨੂੰ ਉਸਦੇ ਪਿਤਾ ਨੇ ਬਰਦਾਸ਼ਤ ਨਹੀਂ ਕੀਤਾ ਤੇ ਲੜਕੀ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਉਹਨਾਂ ਕਿਹਾ ਕਿ ਆਰੋਪੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਮਜਬੂਰੀ ਹੋਈ ਸੀ ਕਿ ਪਿੰਡ ਧੰਗੜ ਦੇ ਵਿੱਚ ਇੱਕ ਲੜਕੀ ਦਾ ਕਤਲ ਹੈ ਜੋ ਅਸੀਂ ਜਿਹੜਾ ਮੌਕੇ ਤੇ ਜਿਹੜਾ ਗੁਰਜੰਟ ਸਿੰਘ ਲੜਕੀ ਦੇ ਪਿਤਾ ਨੇ ਜਿਹੜਾ ਕਤਲ ਕੀਤਾ ਸੀਗਾ। ਉਹਦੇ ਚ ਸਰਕਾਰ ਨੇ ਇਹ ਸੀ ਕਿ ਲੜਕੀ ਅਪ੍ਰੈਲ ਦੇ ਮਹੀਨੇ ਚ ਪਿੰਡ ਦੇ ਲੜਕੇ ਨਾਲ ਚਲੀ ਗਈ ਸੀ ਜਿਸ ਸੰਬੰਧੀ ਮੁਕੱਦਮਾ ਦਰਜ ਹੋ ਚੁੱਕਿਆ ਸੀਗਾ ਤੇ ਲੜਕੀ ਦੀ ਗ੍ਰਿਫਤਾਰੀ ਹੋ ਚੁੱਕੀ ਸੀ। ਕੋਈ ਲੜਕਾ ਜੇਲ੍ਹ ਚਲਾ ਗਿਆ ਸੀਗਾ। ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਹੈ ਕਿ ਲੜਕੀ ਬਜਿੱਦ ਸੀ ਕਿ ਉਸ ਲੜਕੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਉਸਦਾ ਪਿਤਾ ਇਸ ਗੱਲ ਤੋਂ ਤੰਗ ਸੀ ਕਿਉਂਕਿ ਪਿੰਡ ਦਾ ਹੀ ਲੜਕਾ ਸੀ। ਇਸੇ ਰੰਜਿਸ਼ ਕਾਰਨ ਉਸਦੇ ਪਿਤਾ ਨੇ ਲੜਕੀ ਦਾ ਕਤਲ ਕੀਤਾ ਹੈ। ਇਸ ਸੰਬੰਧੀ ਜਿਹੜੇ ਗੁਰਜੰਟ ਸਿੰਘ ਉਸਦੇ ਪਿਤਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੂੰ ਅੱਜ ਪੇਸ਼ ਕਰਕੇ ਅਦਾਲਤ 'ਚ ਉਸਦਾ ਰਿਮਾਂਡ ਕਰਕੇ ਹੋਰ ਪੁੱਛਗਿੱਛ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਅਗਲੇ ਪੜਾਅ ਦੇ ਨਿਰਮਾਣ ਦੇ ਲਈ 60,000 ਰੁਪਏ ਦੀ ਮਨਜ਼ੂਰੀ ਰਾਸ਼ੀ ਜੋ ਹੈ ਤੁਰੰਤ ਜਾਰੀ ਕੀਤੀ ਜਾਵੇ ਤੇ ਉਹਨਾਂ ਵਿੱਤ ਵਿਭਾਗ ਨੂੰ ਇਸ ਸਾਲ ਦੇ ਬਜਟ ਵਿੱਚ ਪ੍ਰਮੁੱਖ ਸੰਸਥਾ ਦੇ ਲਈ ਅਲਾਟਮੈਂਟ ਵਧਾਉਣ ਦੇ ਲਈ ਵੀ ਕਿਹਾ ਹੈ ਤੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਲਈ ਅਲਾਟ ਕੀਤੇ 15 ਕਰੋੜ ਰੁਪਏ ਸੀ ਜੋ ਘੱਟ ਸਨ ਤੇ ਰਾਜ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਦੀ ਪ੍ਰਗਤੀ ਦੀ ਲਗਭਗ ਨਜ਼ਰਸ਼ਾਨੀ ਕਰਦਿਆਂ ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਵਿਜੇ ਇੰਦਰ ਸਿੰਗਲਾ ਨੂੰ ਇੱਕ ਚੰਗੇ ਬਾਹਰੀ ਸਲਾਹਕਾਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਪ੍ਰੋਜੈਕਟ ਦੇ ਜਲਦੀ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮੁੱਖ ਇੰਜੀਨੀਅਰ ਨੂੰ ਕੈਂਪਸ ਨਿਰਮਾਣ ਕਾਰਜ ਚਲਾਉਣ ਦੇ ਲਈ ਕਿਹਾ ਤੇ ਉਹਨਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਯੂਨੀਵਰਸਿਟੀ ਉੱਤੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਲੋਕ ਨਿਰਮਾਣ ਵਿਭਾਗ ਦੇ ਨਾਲ ਤਾਲਮੇਲ ਕਰਨ ਤੇ 3 ਮੈਂਬਰੀ ਕਮੇਟੀ ਕਾਇਮ ਕਰਨ ਜੋ ਕਿ ਸਾਲ 2019 ਤੋਂ ਕਿਸੇ ਹੋਰ ਕੈਂਪਸ ਤੋਂ ਕੰਮ ਕਰ ਰਹੀ ਹੈ ਤਾਂ ਜੋ ਯੂਨੀਵਰਸਿਟੀ ਦਾ ਕੰਮ ਮੁਕੰਮਲ ਕੀਤਾ ਜਾਵੇ। ਕਰੋਨਾ ਮਹਾਮਾਰੀ ਦੇ ਕਾਰਨ ਲਗਾਤਾਰ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਵਿਨੋਦ ਸ਼ਰਮਾ
ਚੈਰੀਟੇਬਲ ਟਰਸਟ ਅੰਬਾਲਾ ਦੇ ਮਾਧਿਅਮ ਤੋਂ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਉਹਨਾਂ ਦੇ ਦੁਆਰਾ ਬਣਾਈਆਂ ਗਈਆਂ 3 ਟੀਮਾਂ ਲਗਾਤਾਰ 5 ਦਿਨਾਂ ਤੋਂ ਸੈਨੀਟਾਈਜੇਸ਼ਨ ਦੇ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਹਨ। ਇਸ ਦੇ ਚੱਲਦੇ ਜਦੋਂ ਵਿਨੋਦ ਸ਼ਰਮਾ ਦੇ ਪੀਏ ਨਰੇਸ਼ ਸਹਿਗਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 2 ਟੀਮਾਂ ਅੰਬਾਲਾ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਜੋ ਹੈ ਸੈਨੀਟਾਈਜੇਸ਼ਨ ਕਰ ਰਹੀਆਂ ਨੇ ਤੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਇਸ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕੇ ਤੇ ਸਮਾਜਿਕ ਜੋ ਜ਼ਰੂਰੀ ਬਣਾਉਣੀ ਹੈ ਉਹ ਬਹੁਤ ਜ਼ਰੂਰੀ ਹੈ। विनोद शर्मा जी द्वारा एक कोरोना की भयानक जो रूप धारण कर लिया है, उसको देखते हुए अम्बाला शहर के प्रत्येक गांव तक, प्रत्येक घर तक, प्रत्येक व्यक्ति तक मदद पहुंचाने का काम विनोद शर्मा जी द्वारा किया जा रहा है। और हमें घर घर में सैनिटाइज करने का और अन्य भी किसी प्रकार की मदद की जरूरत हो तो घर घर तक, चाहे शहर हो चाहे गाँव हो या गाँव का कहीं दूर घर भी हो, हर व्यक्ति तक विनोद शर्मा जी द्वारा ये मदद पहुँचाने का निर्णय लिया गया है। उसी निर्णय के तहत अलग अलग टीमें बनाकर अलग अलग क्षेत्रों में उनके द्वारा भेजी गई है। ये सारे सभी गाँव में ही किया जाएगा जी, ये सारे गाँव में कहीं भी जहाँ तक भी अम्बाला का एक एक व्यक्ति तक मदद पहुँचाने का काम किया जाएगा। इसके अलावा भी सैनिटाइजर के अलावा भी अगर कुछ मदद होगी तो वो भी की जाएगी। सर आज कौन से गाँव में किया जाएगा? आज हमारे द्वारा गाँव भानोखेड़ी, मटेड़ी और हिमायूपुर को करने का लक्ष्य है। अगर समय बचा तो उसके बाद हम एक गोविंदगढ़ गांव और भी है, 4 गांव करने का लक्ष्य हमने लिया है। जैसे पिछले साल मास्क बांटे गए, सैनिटाइजर बांटा गया था, तो क्या इस बार भी वो मुहिम शुरू हो सकती है? बिल्कुल हो सकती है। अब जिस भी, मैंने पहले भी कहा, जिस भी चीज की जरूरत होगी अम्बाला शहर की जनता को, विनोद शर्मा उसके लिए तैयार खड़े हैं। ये विनोद शर्मा जी द्वारा बहुत बढ़िया काम किया जा रहा है। पहले भी इन्होंने कराया था, सैनिटाइजर की बोतलें भी बांटी थी और सैनिटाइज भी किया था गलियों को, और अब भी कर रहे हैं। बहुत अच्छे सराहनीय। कितना फायदा मिलेगा सर इससे कोरोना वायरस से लड़ने में? बहुत ज्यादा मिलेगा। जैसे कि सरकारें बोल रही हैं कि सैनिटाइज कराओ, सैनिटाइजर से हाथ रखो, दो। कई ऐसे लोग हैं जो ले भी नहीं सकते, घर घर कर इन्होंने वो बोतलें भी पहुंचाई पिछले बार तो सैनिटाइज करने के लिए हाथों का। ਕਰੋਨਾ ਮਹਾਮਾਰੀ ਦੇ ਚੱਲਦੇ ਫਤਿਆਬਾਦ 'ਚ ਮਿੰਨੀ ਬੱਸਾਂ ਨੂੰ ਐਂਬੂਲੈਂਸ ਬਣਾਉਣ ਦੇ ਵਿੱਚ ਪ੍ਰਸ਼ਾਸਨ ਜੁਟਿਆ ਹੋਇਆ ਹੈ, ਜਿਸ ਦੇ ਚੱਲਦੇ ਹਰਿਆਣਾ ਰੋਡਵੇਜ ਦੀਆਂ 5 ਬੱਸਾਂ ਨੂੰ ਐਂਬੂਲੈਂਸ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਰੋਡਵੇਜ ਬੱਸਾਂ ਦੀ ਬਾਡੀ ਨੂੰ ਵੀ ਮੋਡੀਫਾਈ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਇਸ ਬੱਸ ਦੇ ਅੰਦਰ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਇਹਨਾਂ ਬੱਸਾਂ ਦੇ ਅੰਦਰ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਜਿਸ ਦੇ ਚੱਲਦੇ ਰੋਡਵੇਜ ਵਿਭਾਗ ਦੇ ਕਰਮਚਾਰੀ ਦਿਨ ਰਾਤ ਇਸ ਕੰਮ ਦੇ ਵਿੱਚ ਜੁਟੇ ਰਹਿਣਗੇ ਤੇ ਇਹਨਾਂ ਐਂਬੂਲੈਂਸ ਦੇ ਵਿੱਚ 4 ਮਰੀਜ਼ ਇਕੱਠੇ ਆ ਸਕਦੇ ਨੇ। ਜਿਸ ਦੇ ਚੱਲਦੇ ਸਿਹਤ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪਿੰਡੂ ਖੇਤਰਾਂ ਦੇ ਵਿੱਚ ਹਾਲਾਤ ਵਿਗੜਦੇ ਨਜ਼ਰ ਆਉਣਗੇ ਤਾਂ ਇਹ ਸਪੈਸ਼ਲ ਐਂਬੂਲੈਂਸ ਜੋ ਹੈ ਸਹਾਇਕ ਸਾਬਿਤ ਹੋਵੇਗੀ। हमारे को हेडक्वार्टर से डीजी साहब के आदेश मिले हैं कि ऑलरेडी पुणे 5-5 बसों को जो मिनी बसें हैं उनको एम्बुलेंस में कन्वर्ट करना है, तो उसी के अनुसार हम कार्य कर रहे हैं। तो फिलहाल कितना कार्य पूरा हो चुका है और क्या क्या फैसिलिटी होगी उस बस के अंदर? तो कार्य जो फतेहाबाद डिपो का है वो 70% के लगभग पूरा हो चुका है और आज शाम तक हम कोशिश करेंगे कि इसको कंप्लीट कर दें। तो इसके अंदर फैसिलिटी हर बस में 4 बेड होंगे और ऑक्सीजन सिलेंडर के लिए भी जगह है, ऑक्सीजन सिलेंडर भी रखे जाएंगे। सैनिटाइजर के लिए भी इसमें जगह बनाई गई है। तो कब उतारा जाएगा इनको सड़कों पे सर? नहीं, हमारे को आदेश है कि 5 बसें कल तक हमने तैयार करके देनी है, हम कल आज ही इनको तैयार कर देंगे। तो विभाग को सौंप देंगे आप? हाँ, उसके बाद जो भी आदेश होंगे हम उनकी पालना करेंगे। तो ड्राइवर वगैरह विभाग से जाएगा या फिर अलग से कोई? ड्राइवर तो लगभग ऐसा ही विभाग से ही जाएगा। ਵੈਕਸੀਨ ਦੀ ਆ ਰਹੀ ਕਮੀ ਦੇ ਦੌਰਾਨ ਕੇਂਦਰ ਸਰਕਾਰ ਤੇ ਤੰਜ ਕੱਸਦਿਆਂ ਬੀਜੇਪੀ ਦੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਮੌਕੇ ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਦੇਸ਼ 'ਚ ਵੈਕਸੀਨ ਦੀ ਜੋ ਕਮੀ ਆ ਰਹੀ ਹੈ ਉਸ ਦੇ ਲਈ ਉਹ ਜ਼ਿੰਮੇਵਾਰ ਹੈ ਤੇ ਉਹ ਕੇਂਦਰ ਸਰਕਾਰ ਨੂੰ ਇਹ ਵੀ ਦੱਸ ਰਹੇ ਨੇ ਕਿ ਉਹ ਪਹਿਲਾਂ ਤਾਂ ਵਿਦੇਸ਼ਾਂ ਦੇ ਵਿੱਚ ਵੈਕਸੀਨ ਭੇਜ ਰਹੇ ਸੀ ਤੇ ਆਪਣੇ ਲੋਕਾਂ ਦਾ ਖਿਆਲ ਨਹੀਂ ਸੀ ਤੇ ਹੁਣ ਆਪਣੇ ਲੋਕਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ ਤਾਂ ਵੈਕਸੀਨ ਦੀ ਘਾਟ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੂਰੇ ਭਾਰਤ ਦੇ ਵਿੱਚ ਟੀਕਾਕਰਨ ਹੋਣਾ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਵੈਕਸੀਨ ਦੀ ਸਪਲਾਈ ਨੂੰ ਤੇਜ਼ ਕਰਨਾ ਹੋਵੇਗਾ ਤੇ ਉਹਨਾਂ ਹੋਰ ਕੀ ਬਿਆਨ ਦਿੱਤੇ ਤੁਹਾਨੂੰ ਸੁਣਾਉਂਦੇ ਹਾਂ। तो 6.5 करोड़ वैक्सीन अब तक हमारे देश के लोगों को और लग गई होती। ये 6.5 करोड़ लोग जिनको वैक्सीन लग गई होती, ये खुद भी सुरक्षित होते और दूसरों को भी कोरोना फैलाने से बचते। लेकिन अपने देश के लोगों को
वैक्सीन लगवाने की जगह भारत सरकार ने, केंद्र सरकार ने तय किया कि हम पाकिस्तान को भेज देंगे, अफगानिस्तान को भेज देंगे, ईरान को भेज देंगे, बांग्लादेश को भेज देंगे, श्रीलंका को भेज देंगे, ओमान को भेज देंगे, ईरान को भेज देंगे, अपने देश के लोगों को वैक्सीन नहीं लगवाएंगे। यह सबसे बड़ी गलती हुई है भारत सरकार से। भारत सरकार को इस बात को मानना चाहिए कि हमें विदेशों में नहीं भेजना। आज भारतीय जनता पार्टी एक नया शिगुफा लेके आई है, अपना फेलियर स्वीकार नहीं कर रही है, यह नहीं मान रही है कि कोरोना से निपटने में भारत सरकार का मैनेजमेंट फेल हो गया, हमारा वैक्सीन का मैनेजमेंट फेल हो गया। यह मानना चाहिए इनको और फिर नए सिरे से काम करना चाहिए जो गलती हुई। लेकिन उसकी जगह आज भारतीय जनता पार्टी एक नया शिगुफा लेके आई है। कल एक झूठ लेके आए थे, आज एक नया शिगुफा ले आए, प्रोपेगेंडा ले आए। कह रहे हैं दिल्ली सरकार ने इंटरनेशनल टेंडर नहीं किया। कह रहे हैं दिल्ली सरकार को इंटरनेशनल टेंडर करना चाहिए था, ग्लोबल टेंडर करना चाहिए था और वैक्सीन ले आनी चाहिए थी। सारे राज्य जाएं और जाके इंटरनेशनल कंपनियों के सामने ग्लोबल टेंडर करें और वैक्सीन ले आएं अपने लिए। मतलब बीजेपी कह रही है कि अब सारी राज्य सरकारें इंटरनेशनल कम्युनिटी में जाके आपस में लड़ें, एक दूसरे को काटें और फिर कहें भाई हमें वैक्सीन चाहिए। ਤੇ ਫਿਲਹਾਲ ਇਸ ਬੁਲਟਨ 'ਚ ਨਹੀਂ, ਤੁਸੀਂ ਬਣੇ ਰਹੇ NB ਨਿਊਜ਼ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ। यात्रीगण कृपया ध्यान दें, ANB एक्सप्रेस न्यूज ऑन व्हील्स टाटा स्काई, एयरटेल, फेसबुक पेज, इंस्टाग्राम, जियो टीवी, गूगल प्ले, यूट्यूब और ऐप स्टोर पर रात 9 बजे ANB न्यूज पर आ रही है। धन्यवाद। ਜੇਕਰ ਤੁਹਾਨੂੰ ਖੰਘ, ਜ਼ੁਕਾਮ ਜਾਂ ਬੁਖਾਰ ਦੇ ਲੱਛਣ ਨਜ਼ਰ ਆਉਂਦੇ ਨੇ ਤਾਂ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਓ ਅਤੇ ਤੁਰੰਤ ਆਪਣਾ ਇਲਾਜ ਕਰਵਾਓ। टीका लगाओ, परिवार बचाओ। पंजाब सरकार ਵੱਲੋਂ जनहित ਵਿੱਚ जारी।